KTV ਚੈਨਲ ਨਾਲ ਬਣੇ ਹੋਏ ਹੋ। ਮੈਂ ਮਨਦੀਪ ਸਿੰਘ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਤਾਂ ਮੱਤੇਵਾੜ ਜੰਗਲ ਨੂੰ ਬਚਾਉਣ ਦੇ ਲਈ ਅੱਜ ਮੱਤੇਵਾੜ ਦੇ ਵਿੱਚ ਇੱਕ ਇਕੱਠ ਹੁੰਦਾ ਆ, ਜਿਹਦੇ ਵਿੱਚ ਵਿਚਾਰ ਚਰਚਾਵਾਂ ਕੀਤੀਆਂ ਜਾਂਦੀਆਂ ਨੇ। ਪਰ ਪੂਰਾ ਮਸਲਾ ਕੀ ਹੈ ਇਹ? ਆਖਰ ਮੱਤੇਵਾੜ ਜੰਗਲ ਨੂੰ ਖਤਰਾ ਕਿਵੇਂ ਆ, ਕਿਵੇਂ ਕਾਰਪੋਰੇਟ ਘਰਾਣੇ ਇੱਥੇ ਆ ਰਹੇ ਨੇ, ਤੇ ਹੁਣ ਤੱਕ ਦਾ ਪੂਰਾ ਮਾਮਲਾ ਕੀ ਹੈ। ਤਾਂ ਜਾਣਾਂਗੇ ਉਹ ਨਗਰ ਨਿਵਾਸੀਆਂ ਤੋਂ ਜਿਨ੍ਹਾਂ ਦੇ ਪਿੰਡ ਮੱਤੇਵਾੜ ਜੰਗਲ ਦੇ ਨਾਲ ਲੱਗਦੇ ਨੇ। ਕਸ਼ਮੀਰ ਸਿੰਘ ਸੇਖੋਵਾਲ ਜੀ ਸਾਡੇ ਨਾਲ ਨੇ। ਸੇਖੋਵਾਲ ਉਹ ਪਿੰਡ ਹੈ ਜਿਹਦਾ ਸਭ ਤੋਂ ਵੱਡਾ ਨੁਕਸਾਨ ਹੋਣਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ, ਜੇਕਰ ਸਰਕਾਰੀ ਸਾਜ਼ਿਸ਼ਾਂ ਕਾਮਯਾਬ ਹੁੰਦੀਆਂ ਨੇ। ਕਸ਼ਮੀਰ ਸਿੰਘ ਜੀ, ਤੁਹਾਡਾ ਸਵਾਗਤ ਹੈ। ਸਾਰਿਆਂ ਨਾਲ ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਸਲਾ ਕੀ ਹੈ? ਸਭ ਤੋਂ ਪਹਿਲਾਂ ਤਾਂ ਅਸੀਂ ਇਤਿਹਾਸ ਜਾਣਨਾ ਚਾਹਾਂਗੇ ਕਿ ਕਦੋਂ ਕਦਾ ਇਹ ਮਸਲਾ ਤੁਰਿਆ, ਕਿਵੇਂ ਇਹ ਜ਼ਮੀਨਾਂ ਰਿਕਵਾਇਰ ਹੋਣ ਦੀ ਗੱਲਬਾਤ ਚੱਲੀ, ਸਰਕਾਰ ਨੇ ਕੀ ਆਖਿਆ, ਕਿਵੇਂ ਪਿੰਡਾਂ ਵਾਲਿਆਂ ਨੂੰ ਨਾਲ ਲਗਾਇਆ ਗਿਆ, ਜਾਂ ਕਿਵੇਂ ਜ਼ਮੀਨਾਂ ਤੁਹਾਡੀਆਂ ਲੈ ਲਈਆਂ ਗਈਆਂ। ਇਹ ਜੀ ਮਸਲਾ ਤੇ ਬਹੁਤ ਪੁਰਾਣਾ 62-63 ਦਾ ਹੀ ਮਸਲਾ ਆ। ਜਦੋਂ ਤੋਂ ਅਸੀਂ ਜ਼ਮੀਨ ਦੇ ਉੱਤੇ ਅਸੀਂ ਕਾਬਜ ਹੋਏ ਆ, ਉਦੋਂ ਤੋਂ ਹੀ ਸਾਡਾ ਲੜਾਈਆਂ ਨਾਲ ਹੀ ਤਕਰੀਬਨ ਸੰਬੰਧ ਰਿਹਾ। ਤੇ ਪਰ ਹੁਣ ਜਿਹੜੀ ਨਵੀਂ ਗੱਲ ਆ ਵੀ ਅਸੀਂ ਇਹ ਤਾਂ ਹੁਣ ਜੇ ਆ ਕੇ 2002 ਦੇ ਵਿੱਚ 20 ਦੇ ਵਿੱਚ ਇਹਨਾਂ ਨੇ ਇਹ ਐਲਾਨ ਕਰਤਾ ਜੀ ਇਹ ਜ਼ਮੀਨ ਅਸੀਂ ਅਕਵਾਇਰ ਕਰਨੀ ਆ। ਵੈਸੇ ਇਹ ਜ਼ਮੀਨ 47 ਤੋਂ ਬਾਅਦ ਅਸੀਂ ਆ ਕੇ 62-63 ਦੇ ਵਿੱਚ ਆ ਕੇ ਆਬਾਦ ਕੀਤੀ ਹੈ। ਜਦੋਂ ਲਾਲ ਬਹਾਦਰ ਸ਼ਾਸਤਰੀ ਜੀ ਨੇ ਐਲਾਨ ਕੀਤਾ ਸੀ ਵੀ ਤੁਸੀਂ ਸਾਨੂੰ ਬਾਹਰੋਂ ਅਨਾਜ ਮੰਗਾਉਣ ਦੀ ਲੋੜ ਨਹੀਂ, ਤੁਸੀਂ ਆਪਣੀਆਂ ਜਿੱਥੇ ਜ਼ਮੀਨਾਂ ਪਈਆਂ ਆ ਤੇ ਉੱਥੇ ਜ਼ਮੀਨਾਂ ਜਾ ਕੇ ਪੰਜਾਬ ਦੇ ਵਾਸੀ ਜਾ ਕੇ ਆਪੋ ਆਪਣੀਆਂ ਜ਼ਮੀਨਾਂ ਜਾ ਕੇ ਵਾਹੋ, ਕਿਤੇ ਆਬਾਦ ਕਰੋ, ਤੇ ਬਾਹਰੋਂ ਨਾ ਅਨਾਜ ਮੰਗਾਈਏ ਤੇ ਨਾ ਆਪਾਂ ਭੁੱਖ ਹੜਤਾਲਾਂ ਕਰੀਏ। ਜਿਵੇਂ 2 ਦਿਨ ਦਾ ਰੱਖਦੇ ਹੁੰਦੇ ਸੀ ਨਾ, ਸ਼ੁੱਕਰਵਾਰ ਤੇ ਪਤਾ ਨਹੀਂ ਮੰਗਲਵਾਰ ਰੱਖਦੇ ਹੁੰਦੇ ਸੀ, ਵੀ ਵਰਤ ਰੱਖਦੇ ਹੁੰਦੇ ਸੀ। ਵਰਤ ਰੱਖੋ, ਵੀ ਸਾਨੂੰ ਵਰਤ ਰੱਖਣ ਦੀ ਵੀ ਲੋੜ ਨਹੀਂ। ਜੇ ਸਾਡੇ ਕੋਲ ਜ਼ਮੀਨਾਂ ਪਈਆਂ, ਅੰਨ੍ਹੇਵਾਹ ਜ਼ਮੀਨਾਂ ਪਈਆਂ, ਤੇ ਤੁਸੀਂ ਮਿਹਨਤ ਨਹੀਂ ਕਰ ਸਕਦੇ। ਅਸੀਂ ਮਿਹਨਤ ਕਰਕੇ 62-63 ਦੇ ਵਿੱਚ ਆ ਕੇ ਇਹ ਜ਼ਮੀਨ ਆਬਾਦ ਕੀਤੀ, ਪੱਟੀ, ਤੇ ਉਸ ਤੋਂ ਬਾਅਦ ਅਸੀਂ 4 ਕੁ ਸਾਲ ਜ਼ਮੀਨ ਵਾਹੀ, ਤੇ 70 ਦੇ ਵਿੱਚ ਮੁੜ ਕੇ ਆ ਕੇ ਆਲੂ ਬੀਜ ਫਾਰਮ ਇੱਥੇ ਆ ਗਿਆ। ਆਲੂ ਬੀਜ ਫਾਰਮ ਨਾਲ ਸਾਡੀ ਤਕਰੀਬਨ ਬੜੀ ਜਦੋਜਹਿਦ ਰਹੀ। ਇਹਨਾਂ ਨੇ ਫਿਰ ਜਿਸ ਤਰ੍ਹਾਂ ਹੁਣ ਸਾਡੇ ਨਾਲ ਧੱਕੇ ਨਾਲ ਜ਼ਮੀਨਾਂ ਵਾਹੀਆਂ, ਇਸੇ ਤਰ੍ਹਾਂ ਹੀ ਉਦੋਂ ਆਲੂ ਬੀਜ ਫਾਰਮ ਨੇ ਸਾਡੇ ਕੋਲ ਧੱਕੇ ਨਾਲ ਵਾਹ ਲਈਆਂ। ਆਲੂ ਬੀਜ ਫਾਰਮ ਇੱਕ ਟਰਾਂਸਫਰ ਹੋ ਕੇ ਫਾਰਮ ਆਇਆ ਸੀ ਨਾਭੇ ਤੋਂ, 90 ਕਿੱਲੇ ਉੱਥੇ ਜ਼ਮੀਨ ਸੀ। ਇੱਥੇ ਆ ਕੇ ਉਹਨਾਂ ਨੂੰ 270 ਕਿੱਲੇ ਮਿਲੇ ਉਹਨਾਂ ਨੂੰ, ਪਰ ਉਹ ਸਾਡੇ ਪਿੰਡ ਸੇਖੋਵਾਲ ਦੀ ਜ਼ਮੀਨ ਨਹੀਂ ਸੀ, ਉਹ ਹੈਦਰਾਨਗਰ ਦੀ ਜ਼ਮੀਨ ਦੇ ਉੱਤੇ ਟਰਾਂਸਫਰ ਹੋ ਕੇ ਆਇਆ ਸੀ। ਪਰ ਸਾਡੀ ਜ਼ਮੀਨ ਆਬਾਦ ਸੀ। ਆਬਾਦ ਕਰਕੇ ਇਹਨਾਂ ਨੇ ਤਾਂ ਕਹਿਤਾ ਜੀ ਇਹੀ ਜ਼ਮੀਨ ਆ, ਇਹੀ ਜ਼ਮੀਨ ਆ ਜੀ, ਵਾਲੀ ਵਾਲੀ ਵਾਲੀ, ਠੀਕ ਹੈ ਠੀਕ ਹੈ ਜੀ, ਠੀਕ ਹੈ ਜੀ। ਇਹਨਾਂ ਸਰਕਾਰ ਨੇ ਉਦੋਂ ਧੱਕਾ ਕੀਤਾ। ਉਸ ਤੋਂ ਬਾਅਦ ਫਿਰ ਅਸੀਂ ਇੱਕ ਵਾਰੀ ਤੇ ਸਰਕਾਰ ਨੇ ਧੱਕਾ ਕਰਕੇ ਸਾਡੇ ਤੋਂ ਜ਼ਮੀਨਾਂ ਲੈ ਲਈਆਂ, ਤੇ ਫਿਰ 86 ਦੇ ਵਿੱਚ ਇੱਕ ਕਾਨੂੰਨ ਆਇਆ, ਤੇ ਉਹਦੇ ਵਿੱਚ ਇਹ ਜ਼ਮੀਨ ਪੰਚਾਇਤ ਨੂੰ ਪੈ ਗਈ। ਪੰਚਾਇਤ ਨੂੰ ਪੈਣ ਤੋਂ ਬਾਅਦ ਅਸੀਂ ਜੀ 30 ਤੋਂ 32 ਸਾਲ ਕੇਸ ਲੜਿਆ। ਅਸੀਂ 88 ਤੋਂ ਲੱਗ ਕੇ ਅਸੀਂ 2014 ਤੱਕ ਕੇਸ ਲੜੇ ਇਹ, ਤੇ ਕੇਸ ਲੜ ਕੇ ਅਸੀਂ 2014 ਵਿੱਚ ਜ਼ਮੀਨ ਵਾਹੁਣ ਲੱਗੇ ਹਾਂ। ਤੇ ਹੁਣ 2020 ਦੇ ਵਿੱਚ ਆ ਕੇ ਇਹਨਾਂ ਨੇ ਕਹਿਤਾ ਜੀ ਇਹ ਜ਼ਮੀਨ ਸਾਨੂੰ ਸਰਕਾਰੀ ਜ਼ਮੀਨ ਹੈ, ਸਾਨੂੰ ਚਾਹੀਦੀ ਹੈ, ਇਹ ਸਰਕਾਰ ਨੂੰ ਲੋੜ ਹੈ ਇੱਥੇ ਇੰਡਸਟਰੀ ਪਾਰਕਿੰਗ ਲਾਉਣਾ ਆ। ਤੇ ਇਹਨਾਂ ਨੇ ਬਸ ਚਾਲੂ ਕਰ ਲਈ। ਪਿੰਡ ਦੇ ਲੋਕ ਮੰਨਦੇ ਨਹੀਂ ਸੀ ਵੀ ਅਸੀਂ ਮਸਾਂ ਤਾਂ ਰੋਟੀ ਖਾਣ ਲੱਗੇ ਹਾਂ, ਤੇ ਪਰ ਇਹਨਾਂ ਨੇ ਫਿਰ ਚਾਪਲੂਸੀ ਕੀਤੀ ਪੰਚਾਇਤ ਦੇ ਨਾਲ। ਇਹ ਪਤਾ ਨਹੀਂ ਇਹਦੇ ਨਾਲ ਖਰੀਦ ਫਰੋਖਤ ਕੀਤੀ ਕਿ ਜਾਂ ਇਹਨਾਂ ਨੂੰ ਕੀ ਕੀਤਾ, ਕਿ ਡਰਾਇਆ, ਕੁਛ ਵੀ ਕੀਤਾ, ਪਰ ਪੰਚਾਇਤ ਪਿੰਡ ਨਾਲੋਂ ਅਲੱਗ ਹੋ ਗਈ। ਜਾ ਕੇ ਪੰਚਾਇਤ ਨੇ ਇਹਨਾਂ ਨੂੰ ਮਤਾ ਪਾ ਦਿੱਤਾ। ਮਤਾ ਪਾ ਕੇ ਜਦੋਂ ਵਾਪਸ ਆਏ ਆ, ਦੂਜੇ ਤੀਜੇ ਦਿਨ ਪਿੰਡ ਇਕੱਠਾ ਹੋਇਆ, ਤੇ ਉਹਨਾਂ ਨੂੰ ਕਿਹਾ ਵੀ ਹਾਂ ਵੀ ਇਹ ਤੁਸੀਂ ਕੀ ਕਰਕੇ ਆਏ ਹੋ, ਤੇ ਤੁਸੀਂ ਰੋਟੀ ਖਾਂਦੇ ਚੰਗੇ ਨਹੀਂ ਲੱਗਦੇ। ਫਿਰ ਪੰਚਾਇਤ ਨੇ ਕਹਿੰਦਾ ਜੀ ਸਾਡੇ ਕੋਲ ਧੋਖੇ ਨਾ ਕਰਵਾ ਲਿਆ ਜੀ, ਕਹਿੰਦੇ ਅਸੀਂ ਪਾਰਕ ਬਣਾਉਣੇ ਆ, ਅਸੀਂ ਪਾਰਕ ਬਣਾਉਣੇ ਆ। ਉਹ ਗੱਲ ਨੂੰ ਮੰਨ ਕੇ ਅਸੀਂ ਆਖਿਆ ਚੱਲ ਫਿਰ ਦੁਬਾਰੇ ਫਿਰ ਅਸੀਂ ਗ੍ਰਾਮ ਸਭਾ ਬੁਲਾਈ। ਗ੍ਰਾਮ ਸਭਾ ਬੁਲਾ ਕੇ ਅਸੀਂ ਉਹ ਮਤਾ ਰੱਦ ਕੀਤਾ ਇਹਨਾਂ ਦਾ। ਜ਼ਮੀਨ ਕਿੰਨੀ ਹੈ ਜਿਹੜੀ ਐਕਵਾਇਰ ਕੀਤੀ ਜਾ ਰਹੀ ਹੈ ਪਿੰਡ ਦੀ ਜ਼ਮੀਨ? 416 ਕਿੱਲੇ 17 ਮਰਲੇ। ਇਹ ਤੁਹਾਡੀ ਮਲਕੀਅਤ ਦੀ ਜ਼ਮੀਨ ਹੈ, ਕੋਈ ਪੰਚਾਇਤੀ ਜ਼ਮੀਨ ਨਹੀਂ ਹੈ? ਕਿਵੇਂ ਇਹ ਜ਼ਮੀਨ ਕਿਵੇਂ ਦੀ ਹੈ? ਜੀ ਪਹਿਲੋਂ ਇਹ ਸਾਡੀ ਸੈਂਟਰ ਦੀ ਇਹ ਜ਼ਮੀਨ ਹੁੰਦੇ ਸੀ, ਫਿਰ ਬਾਅਦ ਵਿੱਚ 86 ਤੋਂ ਬਾਅਦ ਇਹ ਪੰਚਾਇਤ ਦੇ ਨਾਮ ਬੋਲਣ ਲੱਗੀ। ਅਸੀਂ ਫਿਰ ਆਪ ਕੇਸ ਲੜ ਕੇ, ਸਰਕਾਰ ਮਹਿਕਮੇ ਦਾ ਕੋਈ ਪੈਸਾ ਨਹੀਂ ਲੱਗਿਆ, ਅਸੀਂ ਆਪਣੀ ਮਿਹਨਤ ਮਜ਼ਦੂਰੀ ਕਰਕੇ ਇਹਨਾਂ ਕੇਸ DDPO ਤੋਂ ਲਾ ਕੇ ਸੁਪਰੀਮ ਕੋਰਟ ਤੱਕ ਇਹ ਕੇਸ ਲੜੇ। ਇਹਦਾ ਉਹ ਜ਼ਮੀਨ ਹੈ ਜਿਹੜੀ ਤੁਸੀਂ ਬੰਜਰ ਜ਼ਮੀਨ ਦੇ ਵਿੱਚ ਹਲ ਚਲਾ ਕੇ ਇਹਨੂੰ ਵਾਹੀਯੋਗ ਬਣਾਇਆ, ਇੱਥੋਂ ਅੰਨ ਉਗਾ ਕੇ ਭੁੱਖੇ ਮਰਦੇ ਦੇਸ਼ ਦਾ ਢਿੱਡ ਭਰਿਆ ਸੀ। ਹਾਂਜੀ ਹਾਂਜੀ, ਉਹ ਜ਼ਮੀਨ ਆ। ਤੇ ਇਹ ਜ਼ਮੀਨ ਅਸੀਂ ਸਿਰਫ ਉਹ ਜ਼ਮੀਨ ਜਿਹੜੀ ਅਸੀਂ ਆਪ ਆਬਾਦ ਕੀਤੀ ਆ, ਉਹ ਚਲੋ ਪੰਚਾਇਤ ਦੇ ਨਾਂ ਕਰਕੇ ਹੀ ਅਸੀਂ ਫਿਰ ਬਾਅਦ ਵਿੱਚ ਸਾਨੂੰ ਇਹ ਕਰਨਾ ਪਿਆ ਕੰਮ ਵੀ ਮੁੜ ਕੇ ਪੰਚਾਇਤ ਦੇ ਨਾਂ ਕਰਕੇ, ਤੇ ਅਸੀਂ ਫਿਰ ਕੇਸ ਜਿੱਤੇ। ਤਾਂ ਅਸੀਂ ਕੇਸ ਲੜੇ ਤੇ ਕੇਸ ਜਿੱਤੇ। ਫਿਰ ਅਸੀਂ 14 ਵਿੱਚ ਵਾਹੁਣ ਲੱਗੇ ਹਾਂ। 14 ਤੋਂ ਬਾਅਦ ਇਹ 20 ਦੇ ਵਿੱਚ ਕਹਿਣ ਲੱਗੇ ਜ਼ਮੀਨ ਸਾਨੂੰ ਚਾਹੀਦੀ ਹੈ, ਸਰਕਾਰੀ ਜ਼ਮੀਨ ਆ। ਤੇ ਅਸੀਂ ਇਸ ਗੱਲ ਤੋਂ ਸਾਰਾ ਪਿੰਡ ਨਾਰਾਜ਼ ਸੀ। ਪੰਚਾਇਤ ਨੂੰ ਕਹਿ ਕੇ ਫਿਰ ਪੰਚਾਇਤ ਨੇ ਆਪੇ ਹੀ ਕਹਿੰਦੇ ਵੀ ਜੀ ਸਾਡੇ ਨਾਲ ਇਹ ਧੋਖਾ ਹੋਇਆ। ਅਸੀਂ ਪੰਚਾਇਤ ਦੇ ਫਿਰ ਪ੍ਰਧਾਨਗੀ ਥੱਲੇ, ਉਹਦੀ ਸਰਪੰਚ ਦੀ ਪ੍ਰਧਾਨਗੀ ਥੱਲੇ ਗ੍ਰਾਮ ਸਭਾ ਦਾ ਮਤਾ ਪਾਇਆ। ਉਹ ਮਤਾ ਜਿਹੜਾ ਇਹਨਾਂ ਨੇ ਅਕਵਾਇਰ ਕਰਨ ਦਾ ਮਤਾ ਪਾਇਆ ਸੀ, ਉਹ ਰੱਦ ਕੀਤਾ। ਰੱਦ ਕਰਨ ਤੋਂ ਬਾਅਦ ਫਿਰ
ਇਹਨਾਂ ਦੇ ਰੇਟ ਵਧਾਤੇ ਜਾਂ ਲਾ ਲਓ ਪੰਚਾਇਤ ਦੇ, ਜਾਂ ਕਿਸ ਤਰ੍ਹਾਂ ਇਹਨਾਂ ਨੇ ਫੇਰ ਜਾ ਕੇ ਜੀ ਰਜਿਸਟਰੀ ਕਰਵਾ ਦਿੱਤੀ। ਤੁਹਾਨੂੰ ਕਿੰਨੀ ਪੈਸੇ ਕਿੰਨੇ ਦਿੱਤੇ ਗਏ ਨੇ 1 ਕਿੱਲੇ ਦੇ ਮਗਰ, ਕਿ ਸਰਕਾਰੀ ਰੇਟ ਹੈ, ਜਾਂ ਤੁਹਾਨੂੰ ਕੀ ਕਿਹਾ ਗਿਆ ਕਿ ਅਸੀਂ ਕੀ ਕੁਝ ਦੇਵਾਂਗੇ? ਲਾਲਚ ਵੀ ਦਿੱਤੇ ਗਏ ਹੋਣਗੇ ਕਈ ਤਰ੍ਹਾਂ ਦੇ। ਦੇਖੋ ਜੀ, ਇਹਨਾਂ ਨੇ ਜਿਹੜਾ 18,50,000 ਰੁਪਈਆ ਪੰਚਾਇਤ ਦੇ ਖਾਤੇ ਵਿੱਚ ਜ਼ਮੀਨ ਦੇ ਪਰ ਕਿੱਲਾ ਪਾਇਆ, ਪਰ ਇਹਨਾਂ ਰਜਿਸਟਰੀ ਦੇ ਕਰਾਉਂਦੇ ਆ ਇਹ ਜਾ ਕੇ 9ਵੇਂ ਮਹੀਨੇ ਦੇ ਵਿੱਚ ਜਾ ਕੇ, ਪਰ ਇਹ 5ਵੇਂ ਮਹੀਨੇ 'ਚ ਇਹਨਾਂ ਨੇ ਪੰਚਾਇਤ ਦੇ ਖਾਤੇ 'ਚ ਪਹਿਲਾਂ ਐਡਵਾਂਸ ਪੈਸੇ ਕਿਵੇਂ ਪਾ ਦਿੱਤੇ? ਇਹ ਮਤਲਬ ਕਿ ਸੋਚੀ ਸਮਝੀ ਚਾਲ ਸੀ, ਇੱਕ ਧੋਖਾ ਸੀ ਪਿੰਡ ਦੇ ਨਾਮ, ਵੀ ਲੋਕਾਂ ਨੂੰ ਡਰਾਈ ਗਏ ਖਾਤੇ 'ਚ ਪੰਚਾਇਤ ਦੇ 9ਵੇਂ ਮਹੀਨੇ ਜਾ ਕੇ ਹੁੰਦੀ ਹੈ। ਪੰਚਾਇਤ ਮੈਂਬਰਾਂ ਜਾਂ ਪੰਚਾਇਤ ਦੇ ਪੰਚ ਸਰਪੰਚ ਨੇ, ਉਹਨਾਂ ਦੇ ਕੋਲ 5ਵੇਂ ਮਹੀਨੇ ਦੇ ਵਿੱਚ ਪੰਚਾਇਤੀ ਖਾਤਿਆਂ ਦੇ ਵਿੱਚ ਪੈਸੇ ਪਹੁੰਚ ਜਾਂਦੇ। ਹਾਂਜੀ, ਪਹੁੰਚ ਗਏ ਜੀ। ਉਹ 5ਵੇਂ ਮਹੀਨੇ ਸਾਡੇ ਕੋਲ ਪ੍ਰੂਫ ਆ, ਉਹ 5ਵੇਂ ਮਹੀਨੇ ਦੇ ਵਿੱਚ ਇਹਨਾਂ ਨੇ ਪੈਸੇ ਪਾ ਦਿੱਤੇ। 5ਵੇਂ ਮਹੀਨੇ 'ਚ ਉਸ ਤੋਂ ਬਾਅਦ ਇਹ 9ਵੇਂ ਮਹੀਨੇ 'ਚ ਰਜਿਸਟਰੀ ਹੁੰਦੀ ਆ। ਇਹ ਧੋਖਾ ਸੀ ਇੱਕ ਪੰਚਾਇਤ ਨੂੰ, ਸਾਨੂੰ ਡਰਾਉਣ, ਪਿੰਡ ਨੂੰ ਡਰਾਉਣ ਵਾਸਤੇ। ਪੰਚਾਇਤ ਦੇ ਖਾਤੇ 'ਚ ਪੈਸੇ ਪੈ ਗਏ, ਹੁਣ ਤਾਂ ਤੁਸੀਂ ਰੋਕ ਨਹੀਂ ਸਕਦੇ, ਚਲੋ ਇਹ ਇਸ ਗੱਲ ਦਾ ਡਰਾਵਾ ਦਾਬਾ ਦੇ ਕੇ ਪੰਚਾਇਤ ਨੂੰ ਜਿਸ ਤਰ੍ਹਾਂ ਵੀ ਕਰਕੇ ਉਹਨਾਂ ਨੇ ਪੰਚਾਇਤ ਤੋਂ ਰਜਿਸਟਰੀ ਵੀ ਕਰਾਈ ਗਲਤ ਤਰੀਕੇ ਨਾਲ। ਇੱਕ ਲਾਲਚ ਹੋਰ ਵੀ ਦਿੱਤੇ, ਤੁਹਾਨੂੰ ਸਗਨ ਸਕੀਮਾਂ ਦਿੱਤੀਆਂ ਜਾਣਗੀਆਂ ਵੀ 1.25 ਲੱਖ ਰੁਪਈਆ ਕੁੜੀ ਦੇ ਵਿਆਹ ਦੇ ਵਿੱਚ ਦਿੱਤਾ ਜਾਊਗਾ, ਤੇ 51,000 ਰੁਪਈਆ ਮੁੰਡੇ ਦੇ ਵਿਆਹ ਦੇ ਵਿੱਚ ਮਦਦ ਦਿੱਤੀ ਜਾਊਗੀ ਪੰਚਾਇਤ ਵੱਲੋਂ, ਤੇ ਮਰਗ ਦੇ ਭੋਗ ਦੇ ਉੱਤੇ 31,000 ਰੁਪਈਆ ਦਿੱਤਾ ਜਾਊਗਾ, ਇਹ ਪੰਚਾਇਤ ਦਿਆ ਕਰੂਗੀ ਤੁਹਾਨੂੰ। ਕਦੋਂ ਤੱਕ ਦਊਗੀ ਪੰਚਾਇਤ? ਜਦੋਂ ਇਹਨਾਂ ਕਿਹਾ ਜਦੋਂ ਤੱਕ ਮਤਲਬ ਸਿਸਟਮ ਚੱਲਦਾ ਆ, ਕਹਿੰਦੇ ਪੈਸੇ ਖਤਮ ਨਹੀਂ ਹੋਣੇ, ਤੁਹਾਡੇ ਖਾਤੇ ਵਿੱਚ ਜਮ੍ਹਾਂ ਰਹਿਣੇ ਆ। ਇਹ ਇੱਕ ਹੋਰ ਲਾਲਚ ਵਿੱਚ ਦਿੱਤਾ ਸੀ ਇਹਨਾਂ ਨੇ ਵੀ ਤੁਹਾਨੂੰ ਜ਼ਮੀਨ ਖਰੀਦ ਕੇ ਦੇਵਾਂਗੇ ਅਸੀਂ ਅੱਗੇ। ਜ਼ਮੀਨ ਖਰੀਦ ਕੇ ਦਿੱਤੀ ਤੁਹਾਨੂੰ? ਅਜੇ ਤੱਕ ਕੋਈ ਵੀ ਨਹੀਂ। ਫਿਰ ਇਹਨਾਂ ਨੇ 5 ਮਿਰਲੇ ਦੇ ਪਲਾਟ ਸਾਨੂੰ ਕਿਹਾ ਸੀ ਰਜਿਸਟਰੀ ਕਰਕੇ ਦੇਵਾਂਗੇ। ਸਾਡਾ ਜਿੰਨਾ ਵੀ ਮੌਜਾ ਨਾ, ਸਾਰੀ ਜ਼ਮੀਨ ਸਾਡੀ ਪਿੰਡ ਦੇ ਨਾਂ ਜਾਂ ਰਜਿਸਟਰੀ ਕੋਈ ਨਹੀਂ ਹੈਗੀ ਸਾਡੀ ਗਰਦੌਰੀਆਂ ਜ਼ਰੂਰ ਹੈਗੀਆਂ ਕੁਛ ਏਰੀਏ ਦੀਆਂ, ਤੇ ਪਰ ਸਾਡੇ ਕੋਲ ਰਜਿਸਟਰੀ ਕੋਈ ਵੀ ਨਹੀਂ। ਇਹਨਾਂ ਨੇ ਕਿਹਾ ਸੀ ਤੁਹਾਨੂੰ 5 ਮਰਲੇ ਦੀ ਰਜਿਸਟਰੀ ਕਰਕੇ ਦੇਵਾਂਗੇ, ਵਿੱਚ 2 ਮਕਾਨ, ਅੱਗੇ ਬਰਾਂਡਾ, ਲੈਟਰਿੰਗ, ਬਾਥਰੂਮ ਤੇ ਰਸੋਈ, ਪੂਰਾ ਪੋਰਸ਼ਨ ਬਣਾ ਕੇ ਦੇਵਾਂਗੇ। ਪਰ ਇਹਨਾਂ ਵਿੱਚੋਂ ਕੋਈ ਵੀ ਕੰਮ, ਨਾ ਸਗਨ ਸਕੀਮ, ਨਾ ਕੋਈ ਹੋਰ ਗੱਲ, ਨਾ 5 ਮਰਲੇ, ਇੱਕ ਵੀ ਉਹਨਾਂ ਦੇ ਵਿੱਚ ਸਕੀਮ ਨਹੀਂ ਚੱਲਿਓ, ਨਾ ਅੱਗੇ ਜ਼ਮੀਨ ਲੈ ਕੇ ਦਿੱਤੀ। ਤੁਹਾਡੀ ਜ਼ਮੀਨ ਲਈ ਜਾਣੀ ਹੈ, ਉਹ ਤਾਂ ਤੁਹਾਡਾ ਅਧਿਕਾਰ ਹੈ ਕਿ ਸਰਕਾਰ ਦਾ ਫਰਜ਼ ਬਣਦਾ ਕਿ ਤੁਹਾਨੂੰ ਕਿਸੇ ਥਾਂ ਹੋਰ ਉੱਤੇ ਵਸਾਇਆ ਜਾਊਗਾ ਤਾਂ ਤੁਹਾਨੂੰ ਹਰ ਤਰ੍ਹਾਂ ਦੇ ਪ੍ਰਬੰਧ ਉਹਦੀ ਸਰਕਾਰ ਕਰਕੇ ਦੇਊਗੀ। ਇਹ ਕੋਈ ਸਕੀਮ ਤਾਂ ਨਹੀਂ ਮੰਨੀ ਜਾ ਸਕਦੀ। ਇਹ ਸਰਕਾਰ ਤੁਹਾਨੂੰ ਇੱਕ ਝੂਠਾ ਲਾਲਚ ਮੰਨਿਆ ਜਾ ਸਕਦਾ ਕਿ ਜਿਹੜਾ ਸਰਕਾਰ ਦਾ ਫਰਜ਼ ਹੈ ਉਹ ਤੁਹਾਨੂੰ ਝੂਠੇ ਲਾਲਚ ਦੇ ਰੂਪ ਵਿੱਚ ਦਿੱਤਾ ਜਾ ਰਿਹਾ। ਬਿਲਕੁਲ ਝੂਠਾ ਹੈ ਜੀ ਇਹ। ਅਸੀਂ 9 ਮਹੀਨੇ ਹੋ ਗਏ, 9 ਮਹੀਨਿਆਂ ਦੀ ਲੜਾਈ ਲੜ ਕੇ, ਕੋਰਟ ਵਿੱਚ ਕੇਸ ਲੜ ਕੇ, ਆਰਟੀਆਈਆਂ ਪਾ ਕੇ 9 ਮਹੀਨਿਆਂ ਤੋਂ ਬਾਅਦ ਸਾਨੂੰ ਰਿਕਾਰਡ ਮਿਲਦਾ। ਤੇ ਜਿਹੜਾ ਇਹ ਕਹਿੰਦੇ ਸੀ, ਪੰਚਾਇਤ ਵੀ ਕਹਿੰਦੀ ਵੀ ਸਾਡਾ ਫੈਸਲਾ ਹੋਇਆ, ਸਰਕਾਰ ਦੇ ਨਾਲ ਸਮਝੌਤਾ ਹੋਇਆ, ਉਹਨਾਂ ਵਿੱਚੋਂ ਸਾਨੂੰ ਇੱਕ ਵੀ ਸਮਝੌਤਾ ਨਹੀਂ ਮਿਲਿਆ। ਉਹ 21 ਤਰੀਕ ਨੂੰ ਜਦੋਂ ਰਜਿਸਟਰੀ ਕਰਾਉਂਦੇ ਪਹਿਲਾਂ ਇਹ ਸਮਝੌਤਾ ਕਰਦੇ ਆ, 3 ਵਜੇ ਤੱਕ ਇਹਨਾਂ ਦਾ ਸਮਝੌਤਾ ਹੁੰਦਾ, ਰਾਤ ਨੂੰ ਆ ਕੇ ਮੁੜ ਕੇ ਰਜਿਸਟਰੀ ਕਰਵਾ ਲੈਂਦੇ ਇਹਨਾਂ ਕੋਲੋਂ। ਅਗਲਾ ਦਿਨ ਵੀ ਨਹੀਂ ਦੇਖਦੇ ਵੀ ਚੱਲ ਦਿਨੇ ਚੜ੍ਹਨਾ, ਚੱਲ ਸਵੇਰੇ ਰਜਿਸਟਰੀ ਕਰਾ ਲਾਂਗੇ। ਉਸੇ ਬੰਦ ਪਈਆਂ ਕਚਹਿਰੀਆਂ ਦੇ ਸਮੇਂ 'ਚ ਰਜਿਸਟਰੀ ਹੋਈ ਹੈ। ਹਾਂਜੀ, ਬੰਦ ਕਰੇ 7:08 ਤੇ ਹੋਈ ਹੈ ਜੀ, 7:08 ਤੇ 35 ਸਕਿੰਟ ਤੇ 35 ਸਕਿੰਟ ਤੇ ਰਜਿਸਟਰੀ ਹੋਈ ਹੈ ਰਾਤ ਨੂੰ। ਤੇ ਇਹਨਾਂ ਦੇ ਮੁੜ ਕੇ ਅਸੀਂ ਆਰਟੀਆਂ ਪਾ ਕੇ ਫਿਰ ਦੇਖਿਆ, ਉਹ ਰਿਕਾਰਡ ਦੇ ਵਿੱਚ ਹੈ ਹੀ ਨਹੀਂ, ਸਾਨੂੰ ਦਿੱਤਾ ਨਹੀਂ, ਕੋਈ ਫੈਸਲਾ ਹੀ ਨਹੀਂ ਉਹ ਦਿੱਤਾ। ਸਿਰਫ 21 ਤਰੀਕ ਦਾ ਉਹੀ ਫੈਸਲਾ ਇਹਨਾਂ ਦੇ ਲਿਖਿਆ, ਇੱਕ ਸਾਡੇ ਪੰਚਾਇਤ ਮੈਂਬਰ ਦੇ ਨਾਂ ਤੇ ਸਾਨੂੰ ਅਥਾਰਟੀ ਦਿੱਤੀ ਸੀ ਪੰਚਾਇਤ ਨੇ, 2 ਮੈਂਬਰਾਂ ਦੇ ਨਾਂ ਸੀ ਤੇ 5 ਗ੍ਰਾਮ ਸਭਾ ਦੇ ਮੈਂਬਰ ਸੀ, ਤੇ ਟੋਟਲ 5 ਸੀ, 3 ਗ੍ਰਾਮ ਸਭਾ ਦੇ ਸੀ। ਸਾਨੂੰ ਅਥਾਰਟੀ ਦਿੱਤੀ ਸੀ ਕੇਸ ਲਾਉਣ ਲਈ, ਇੱਕ ਪੰਚਾਇਤ ਮੈਂਬਰ ਦੇ ਨਾਂ ਤੇ ਅਸੀਂ ਕੇਸ ਲਾਇਆ ਸੀ। ਉੱਥੇ 21 ਤਰੀਕ ਦਾ ਇੱਕ ਉਹੀ ਮਤਾ ਨਿਕਲਿਆ ਵਿੱਚੋਂ ਵੀ ਦੂਸਰਾ ਵੀ ਉਹ ਕਹਿੰਦਾ ਵੀ ਮੈਂ ਕੇਸ ਵਾਪਸ ਲੈਣਾ ਆ। ਬਸ ਇਹੀ ਮਤਾ ਨਿਕਲਿਆ 21 ਤਰੀਕ ਦਾ, ਹੋਰ ਕੋਈ ਫੈਸਲਾ ਨਹੀਂ ਸਾਨੂੰ ਦਿੱਤਾ ਆਰਟੀਆਈਆਂ ਵਿੱਚ। ਪਿੰਡ ਵਾਲੇ ਕੀ ਚਾਹੁੰਦੇ ਨੇ, ਕਿ ਪਿੰਡ ਵਾਲਿਆਂ ਦੀ ਮੰਗ ਕੀ ਹੈ? ਪਿੰਡ ਵਾਲੀ ਮੰਗ ਆ ਵੀ ਇਹੀ ਵੀ ਸਾਡੀ ਜ਼ਮੀਨ ਸਾਡੇ ਕੋਲ ਰਹਿ ਜੇ, ਜੇ ਕੋਈ ਪੈਸੇ ਦਿੱਤੇ ਆ ਪੰਚਾਇਤ ਨੂੰ, ਪੰਚਾਇਤ ਕੋਲ ਪੈਸੇ ਵਾਪਸ ਲੈ ਲੇ। ਸਰਕਾਰਾਂ ਦਾ ਕਹਿਣਾ ਇਹ ਹੁੰਦਾ ਹੈ ਕਿ ਜਦੋਂ ਕਿਤੇ ਕਾਰਖਾਨੇ ਲੱਗਦੇ ਨੇ, ਵਪਾਰੀਕਰਨ ਹੁੰਦਾ, ਉੱਥੇ ਨੌਕਰੀਆਂ ਖੁੱਲ੍ਹਦੀਆਂ ਨੇ, ਰੁਜ਼ਗਾਰ ਦੇ ਸਾਧਨ ਵੱਧਦੇ ਨੇ। ਦੇਖੋ ਜੀ, ਸਾਨੂੰ ਇਸ ਰੁਜ਼ਗਾਰ ਨਾਲ ਤਾਂ ਕੋਈ ਫਾਇਦਾ ਹੀ ਨਹੀਂ। ਸਾਨੂੰ ਤੇ ਆਪਣੀ ਅੱਗੇ ਜਿਹੜਾ ਘਾਟਾ ਸਾਨੂੰ ਇਹਦੇ ਵਿੱਚ ਬਹੁਤ ਜ਼ਿਆਦਾ ਆ। ਵੀ ਇਹ ਸਾਡੇ ਨਾਲੇ ਤੇ ਨਾਲ ਲੱਗਦਾ ਜੰਗਲ ਆ, ਦੋਨਾਂ ਸਾਈਡਾਂ ਤੇ ਸਾਡੇ ਜੰਗਲ ਆ, ਮੱਤੇਵਾੜਾ ਜੰਗਲ ਤੇ ਇੱਕ ਸਲੇਮਪੁਰ ਜੰਗਲ ਆ, ਇੱਕ ਨਾਲ ਤੇ ਇੱਕ ਸਾਈਡ ਤੇ ਸਾਡੇ ਦਰਿਆ ਆ, ਨਾਲ ਤੇ ਸਾਡਾ ਦਰਿਆ ਖਰਾਬ ਹੋਊ, ਨਾਲੇ ਸਾਡੇ ਜੰਗਲ ਜੀਵ ਮਰਨਗੇ। ਇੰਡਸਟਰੀ 1000 ਏਕੜ ਦੇ ਵਿੱਚ ਇੰਡਸਟਰੀ ਲੱਗਣੀ ਕਿਤੇ ਥੋੜੀ ਜੀ ਗੱਲ ਨਹੀਂ। ਇਹ ਥੋੜਾ ਜਿਹਾ ਮਤਲਬ ਪ੍ਰਦੂਸ਼ਣ ਨਹੀਂ ਹੋਣਾ, ਬਹੁਤ ਜ਼ਿਆਦਾ ਹੋਣਾ ਪ੍ਰਦੂਸ਼ਣ। ਇਹ ਨਾ ਤੇ ਇੱਥੇ ਜਾਨਵਰ ਰਹਿਣਗੇ, ਤੇ ਨਾ ਇਹ ਜੰਗਲ ਰਹਿਣਗੇ, ਤੇ ਨਾ ਦਰਿਆ ਦਾ ਪਾਣੀ ਸਾਫ਼ ਰਹੂਗਾ। ਕਿਸਾਨਾਂ ਵਾਸਤੇ ਤਾਂ ਪਹਿਲਾਂ ਹੀ ਇੱਕ ਕੈਂਸਰ ਟ੍ਰੇਨ ਹੈ ਜਿਹੜੀ ਉਹ ਪੰਜਾਬ ਦੇ ਵਿੱਚੋਂ ਚੱਲ ਰਹੀ ਹੈ। ਮੈਨੂੰ ਲੱਗਦਾ ਜੇਕਰ ਅਜਿਹੀਆਂ ਸਾਜ਼ਿਸ਼ਾਂ ਕਾਮਯਾਬ ਹੋ ਜਾਂਦੀਆਂ ਨੇ ਤਾਂ ਮੈਨੂੰ ਲੱਗਦਾ ਇੱਕ ਜਾਨਵਰਾਂ ਜਾਂ ਪਸ਼ੂ ਪੰਛੀਆਂ ਵਾਸਤੇ ਵੀ ਇੱਕ ਅਜਿਹੀਆਂ ਕੈਂਸਰ ਟ੍ਰੇਨਾਂ ਚਲਾਉਣੀਆਂ ਪੈਣਗੀਆਂ, ਕਿਉਂਕਿ ਕੈਂਸਰ ਆ ਜਿਹੜਾ ਹੁਣ ਘਰ ਘਰ ਪਹੁੰਚਦਾ ਜਾ ਰਿਹਾ। ਇਹ ਬਿਲਕੁਲ ਜੀ, ਇਹ ਸੱਚੀ ਗੱਲ ਆ, ਇਹ 100% ਹੀ ਗੱਲ ਸਹੀ ਆ। ਇਹ ਸਾਡੇ ਤੇ ਜੇ ਅੱਜ ਸਾਨੂੰ ਇਹ ਇੰਡਸਟਰੀ ਕਹਿੰਦੇ ਆ ਸਾਨੂੰ ਰੁਜ਼ਗਾਰ ਦੇਵਾਂਗੇ, ਪਰ ਰੁਜ਼ਗਾਰ ਦੇਣਗੇ ਕਿਹਨੂੰ ਜਦੋਂ ਅਸੀਂ ਕੈਂਸਰਾਂ ਦੇ ਨਾਲ ਅਸੀਂ ਅੱਜ
ਅੱਜ ਅਸੀਂ ਜ਼ਮੀਨ ਗੱਲੋਂ ਮਰ ਗਏ ਆ, ਗੱਲ ਨੂੰ ਕੈਂਸਰ ਨਾਲ ਸਾਡੇ ਤਾਂ ਬਚਣਾ ਹੀ ਕੁਛ ਨਹੀਂ ਇੱਥੇ। ਪਿੰਡ ਤਾਂ ਸਾਡਾ ਜਿਹਨੇ ਕੋਈ ਸਾਡਾ ਪਿੰਡ ਆ ਬਚਿਆ ਉਹ ਵੀ ਹੋਰ ਬਿਮਾਰੀਆਂ ਦੇ ਨਾਲ ਮਰ ਜੂਗਾ ਉਹਤੇ, ਤੇ ਇੱਥੇ ਬਚਣਾ ਕੋਈ ਨਹੀਂ। ਇੱਥੇ ਨਾ ਵਾਤਾਵਰਨ ਰਹੂਗਾ। ਅਸੀਂ ਤੇ ਕਹਿੰਦੇ ਆ ਵੀ ਇਹੀ ਹੈ, ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆ ਵੀ ਅਸੀਂ ਬਹੁਤ ਵਧੀਆ ਵਾਤਾਵਰਨ ਦੇ ਵਿੱਚ ਰਹਿ ਰਹੇ ਹਾਂ, ਸਾਡੀ ਕਿਰਪਾ ਕਰ ਦਿਓ ਸਾਡੇ ਤੇ ਵੀ ਇਹ ਜ਼ਮੀਨਾਂ ਸਾਡੀਆਂ ਸਾਡੇ ਕੋਲ ਰਹਿਣ ਦਿਓ। ਉਲਟਾ ਜਿਹੜੀ ਕੋਈ ਗੱਲ ਇਹ ਪੰਚਾਇਤ ਦੀ ਜ਼ਮੀਨ ਆ ਸਾਡੇ ਨਾਂ ਦੇ ਅਲਾਟਮੈਂਟ ਕਰਾ ਦਿਓ, ਅਸੀਂ ਕੀਮਤ ਭਰਨ ਲਈ ਤਿਆਰ ਆ। ਸਾਥ ਵਾਲੇ ਨੌਜਵਾਨਾਂ ਨੇ ਵੀ ਇੱਥੇ ਇਕੱਤਰਤਾ ਬੁਲਾਈ ਸੀ, ਕੀ ਫੈਸਲੇ ਕੀਤੇ ਗਏ ਨੇ, ਕੀ ਨਿਰਣਾ ਕੀਤਾ ਗਿਆ ਕਿ ਹਾਂ ਸਰਕਾਰੀ ਜ਼ਬਰ ਦੇ ਵਿਰੁੱਧ ਹੁਣ ਆਵਾਜ਼ ਬੁਲੰਦ ਕੀਤੀ ਜਾਊਗੀ, ਲੜਿਆ ਜਾਊਗਾ? ਬਿਲਕੁਲ ਜੀ, ਲੜਾਂਗੇ। ਇਹਨਾਂ ਨੇ ਸੱਥ ਨੇ ਵੀ ਕਿਹਾ ਵੀ ਅਸੀਂ ਲੜਾਈ ਲੜਾਂਗੇ, ਪਰ ਅਸੀਂ ਅੱਗੇ ਹੋ ਕੇ ਅਸੀਂ ਲੜਾਂਗੇ ਵੀ ਇਹ ਸਾਡੇ ਮਗਰ ਖੜਨਾ ਸੱਥ ਵਾਲੇ ਆ ਗਏ, ਪਰ ਅਸੀਂ ਆਪਣੀ ਜ਼ਮੀਨਾਂ ਨਹੀਂ ਦੇਵਾਂਗੇ। ਜੀ ਬਹੁਤ ਬਹੁਤ ਧੰਨਵਾਦ। ਤਾਂ ਮੱਤੇਵਾੜ ਜੰਗਲ ਦਾ ਕੀ ਮਾਮਲਾ ਹੈ ਕਿ ਮੱਤੇਵਾੜ ਜੰਗਲ ਦਾ ਕੋਈ ਦਰਖਤ ਨਹੀਂ ਕੱਟਿਆ ਜਾ ਰਿਹਾ, ਨਾ ਹੀ ਮੱਤੇਵਾੜ ਜੰਗਲ ਨੂੰ ਕਿਸੇ ਇਸ ਢੰਗ ਦੇ ਨਾਲ ਉਜਾੜਾ ਕੀਤਾ ਜਾ ਰਿਹਾ ਕਿ ਜਿਵੇਂ ਬਾਹਰ ਖਬਰਾਂ ਫੈਲਾਈਆਂ ਜਾ ਰਹੀਆਂ ਨੇ ਕਿ ਦਰਖਤ ਵੱਢਤੇ ਜਾਂ ਉੱਥੇ ਦਾ ਸਫਾਇਆ ਕੀਤਾ ਜਾ ਰਿਹਾ। ਕਿਉਂਕਿ ਜਦੋਂ ਜੰਗਲਾਂ ਦਾ ਸਫਾਇਆ ਕੀਤਾ ਜਾਣਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਹਦੇ ਆਲੇ ਦੁਆਲੇ ਦੀਆਂ ਜਗ੍ਹਾ ਨੂੰ ਰਿਕੁਆਇਰ ਕੀਤਾ ਜਾਂਦਾ ਹੈ। ਉੱਥੋਂ ਦੇ ਪ੍ਰਦੂਸ਼ਣ ਦੇ ਨਾਲ ਉੱਥੇ ਦੇ ਜੀਵ ਜੰਤੂ ਮਰਦੇ ਨੇ, ਉੱਥੋਂ ਦੇ ਪ੍ਰਦੂਸ਼ਣ ਦੇ ਨਾਲ ਉੱਥੋਂ ਦੇ ਦਰਖਤ ਮਰਦੇ ਨੇ। ਜਿਹੜਾ ਗੰਦਾ ਪਾਣੀ ਹੈ ਜਦੋਂ ਆਲੇ ਦੁਆਲੇ ਛੱਡਿਆ ਜਾਂਦਾ ਹੈ, ਫਿਰ ਉਹ ਧਰਤੀ ਹੈ ਜਿਹੜੀ ਉਹ ਮਰ ਜਾਂਦੀ ਹੈ ਤੇ ਉੱਥੋਂ ਫਿਰ ਜੰਗਲਾਂ ਦਾ ਉਜਾੜਾ ਸ਼ੁਰੂ ਹੁੰਦਾ ਹੈ। ਤਾਂ ਜਿਹੜੀ ਇਹ ਸੋਸ਼ਲ ਮੀਡੀਆ ਦੇ ਉੱਤੇ ਵੀ ਇੱਕ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਮੱਤੇਵਾੜ ਜੰਗਲ ਬਚਾਉਣ ਦੀ, ਦਰਅਸਲ ਇਹ ਉਹ ਜ਼ਮੀਨਾਂ ਨੂੰ ਬਚਾਉਣ ਦੀ ਆਵਾਜ਼ ਹੈ ਜਿਹੜੀਆਂ ਜ਼ਮੀਨਾਂ ਕਿਸਾਨਾਂ ਦੀਆਂ ਇੱਕ ਰਿਕੁਆਇਰ ਕੀਤੀਆਂ ਜਾ ਰਹੀਆਂ ਨੇ ਵਪਾਰੀਕਰਨ ਦੇ ਨਾਂ ਤੇ, ਫੈਕਟਰੀਆਂ ਦੇ ਨਾਂ ਤੇ। ਇਹਨਾਂ ਫੈਕਟਰੀਆਂ ਚੋਂ ਨਿਕਲਣ ਵਾਲਾ ਗੰਦਾ ਪਾਣੀ ਕੀ ਇਸ ਮਿੱਟੀ ਨੂੰ ਗੰਦਾ ਨਹੀਂ ਕਰੇਗਾ? ਕੀ ਪੰਜਾਬ ਦਾ ਜਿਹੜਾ ਕੁਝ ਕੁ ਮਾਤਰਾ ਦੇ ਵਿੱਚ ਸ਼ੁੱਧ ਪਾਣੀ ਬਚ ਚੁੱਕਿਆ ਉਹਨੂੰ ਗੰਦਾ ਨਹੀਂ ਕਰੇਗਾ? ਤਾਂ ਇਹ ਲੋਕ ਇਹ ਦੇਸ਼ ਦਾ ਹਿੱਸਾ ਨਹੀਂ, ਇਹਨਾਂ ਦੀ ਆਵਾਜ਼ ਕੌਣ ਸੁਣੇਗਾ? ਕਿਉਂ ਇਹਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ? ਕਿਉਂ ਸਿਸਟਮ ਕੁੰਭਕਰਨ ਦੀ ਨੀਂਦ ਸੁੱਤਾ ਪਿਆ? ਇਹ ਸਵਾਲ ਸਿਸਟਮ ਦੇ ਅੱਗੇ ਨੇ। ਬਣੇ ਰਹੋ KTV ਚੈਨਲ ਦੇ ਨਾਲ। ਮੇਰੇ ਕੈਮਰਾਮੈਨ ਸਹਿਯੋਗੀ ਸਿਮਰਤਪਾਲ ਸਿੰਘ ਦੇ ਨਾਲ ਮੈਨੂੰ ਮਨਦੀਪ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।